ਗੁਰੂ ਜੀ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ। ਹਰ ਰਸ ਪਾਵੈ ਵਿਰਲਾ ਕੋਇ। ਜਿਨ ਚਾਖਿਆ ਸੇ ਜਨ ਤ੍ਰੈ ਪਤਾਨੇ। ਪੂਰਨ ਪੁਰਖ ਨਹੀਂ ਡੋਲਾਨੇ। ਸਤਿਗੁਰੂ ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਸ੍ਰੀ ਸੁਖਮਨੀ ਸੁੱਖਾਂ ਦੀ ਮਣੀ ਅੰਮ੍ਰਿਤਮਈ ਬਾਣੀ ਵਿੱਚ ਪਾਵਨ ਉਪਦੇਸ਼ ਬਖਸ਼ਦੇ ਨੇ। ਰੱਬ ਕੀ ਦ੍ਰਿਸ਼ਟ ਮਹਾ ਸੁਖ ਹੋਏ। ਹਰ ਰਸ ਪਾਵੈ ਵਿਰਲਾ ਕੋਇ। ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਅੰਮ੍ਰਿਤਮਈ ਨਦਰ ਦੇ ਵਿੱਚ ਮਹਾਨ ਸੁਖ ਹੁੰਦਾ ਹੈ। ਜਿਸ ਤੇ ਸਮਰੱਥ ਗੁਰੂ ਦੀ ਨਜ਼ਰ ਹੋ ਜਾਵੇ, ਜਿਵੇਂ ਸਤਿਗੁਰੂ ਗੁਰਦੇਵ ਦੀ ਨਜ਼ਰ ਹੀ ਹੋਈ, ਕੌੜੇ ਰੀਠੇ ਮਿੱਠੇ ਹੋ ਗਏ, ਪੱਥਰ ਮੋਮ ਹੋ ਗਏ। ਜਿਸ ਨਜ਼ਰ ਨੇ ਅਨੇਕਾਂ ਨੂੰ ਤਾਰਿਆ ਹੈ, ਐਸੀ ਗੁਰੂ ਦੀ ਨਜ਼ਰ ਹੈ। ਮਹਾਨ ਸੁੱਖ ਗੁਰੂ ਦੀ ਨਜ਼ਰ ਵਿੱਚ। ਇਸ ਹਰੀ ਦੇ ਰਸ ਨੂੰ ਕੋਈ ਵਿਰਲਾ ਹੀ ਪਾਉਂਦਾ ਹੈ। ਜਿਨ ਚਾਖਿਆ ਸੇ ਜਨ ਤ੍ਰੈ ਪਤਾਨੇ। ਪੂਰਨ ਪੁਰਖ ਨਹੀਂ ਡੋਲਾਨੇ। ਜਿਨ੍ਹਾਂ ਨੇ ਭਾਈ ਚਖਿਆ ਇਹ ਰਸ, ਇਹ ਬਖਸ਼ਿਸ਼ ਗੁਰੂ ਨਾਨਕ ਦੀ ਲਈ ਜਿਨ੍ਹਾਂ ਨੇ, ਉਹ ਜਨ ਤ੍ਰਿਪਤ ਹੋ ਗਏ। ਉਹ ਪੂਰਨ ਪੁਰਖ ਹੋ ਕੇ ਕਦੇ ਡੋਲਦੇ ਨਹੀਂ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਭਰੋਸਾ ਆਪਣੇ ਮਾਲਕ ਮੁਰਸ਼ਦ ਸਮਰੱਥ 'ਤੇ ਹੈ ਕਿ ਮੇਰਾ ਮਾਲਕ ਮੇਰਾ ਵਾਹਿਗੁਰੂ ਵੱਡਾ ਹੈ। ਸੋ ਭਰ ਭਰੇ ਪ੍ਰੇਮ ਰਸ ਰੰਗੋ। ਉਪਜੈ ਚਾਓ ਸਾਧ ਕੈ ਸੰਗ। ਜਿਨ੍ਹਾਂ ਨੂੰ ਸੰਤਾਂ ਦੇ ਸੰਗ ਦਾ ਉਤਸ਼ਾਹ ਹੋਇਆ ਕਿ ਰੱਬ ਦੇ ਜਨਾਂ ਦੀ ਸੰਗਤ ਕਰਨੀ ਹੈ, ਬਖਸ਼ੀਸ਼ਾਂ ਲੈਣੀਆਂ ਨੇ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਉਪਦੇਸ਼ ਹੈ ਕਿ ਭਾਈ ਸੰਗਤ ਕਰੋ ਰੱਬ ਦੇ ਜਨਾਂ ਦੀ। ਸੰਤਾਂ ਕੀ ਹੋਏ ਦਾਸ ਦੀ, ਇਹੋ ਉਚਾਰਾ ਸਿੱਖ ਦੀ। ਕਿ ਸੰਤਾਂ ਦੀ ਰਾਸੀ ਬਣੋ, ਫਿਰ ਬਖਸ਼ਿਸ਼ਾਂ ਲਵੇਂਗੀ। ਸੋ ਪਰ ਭਰੇ ਪ੍ਰੇਮ ਰਸ ਰੰਗ। ਉਪਜੈ ਚਾਓ ਸਾਧ ਕੈ ਸੰਗ। ਸੋ ਪ੍ਰੇਮ ਰਸ ਦੇ ਆਨੰਦ ਕਰਕੇ ਲਵਾ ਲਓ ਭਰੇ ਪਏ ਨੇ। ਉਤਸ਼ਾਹ ਹੋਇਆ ਕਿ ਰੱਬ ਦੇ ਜਨਾਂ ਦਾ ਸੰਗ ਕਰਨਾ ਹੈ। ਪਰੇ ਸਰਨ ਆਨ ਸਭ ਤਿਆਗ। ਅੰਤਰ ਪਰਗਾਸ ਅਨ ਦਿਨ ਲਿਵ ਲਾਗ। ਜੋ ਸਭਨਾਂ ਨੂੰ ਤਿਆਗ ਕੇ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਗਏ, ਜਿਨ੍ਹਾਂ ਨੇ ਟੇਕ ਮੇਰੇ ਸਤਿਗੁਰੂ ਗਰੀਬ ਨਵਾਜ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੈ ਲਈ, ਤੇ ਇਹਨਾਂ ਦੇ ਅੰਤਸ਼ਕਰਨ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਅੰਤਰ ਬਿਰਤੀ ਲੱਗੀ। ਵੱਡੀਆਂ ਬਖਸ਼ੀਸ਼ਾਂ ਤਰਲੋਕੀ ਦੇ ਮਾਲਕ ਦੀਆਂ ਉਸ ਜਨ ਜਗਿਆਸੂ ਤੇ ਭਾਈ ਹੁੰਦੀਆਂ ਨੇ। ਵੱਡ ਭਾਗੀ ਜਪਿਆ ਪ੍ਰਭ ਸੋਏ। ਨਾਨਕ ਨਾਮ ਰਤੇ ਸੁਖ ਹੋਏ। ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਨੇ ਪਰਮੇਸ਼ਰ ਦਾ ਨਾਮ ਜਪਿਆ ਅਤੇ ਨਾਮ ਵਿੱਚ ਰਤੇ ਹੋਇਆਂ ਨੂੰ ਭਾਈ ਸੁਖ ਹੋਇਆ ਹੈ। ਸੇਵਕ ਕੀ ਮਨਸਾ ਪੂਰੀ ਭਈ। ਸਤਿਗੁਰ ਤੇ ਨਿਰਮਲ ਮਤ ਲਈ। ਜਿਨ੍ਹਾਂ ਨੇ
ਬਖਸ਼ਿਸ਼ਾਂ ਲਈਆਂ ਸਤਿਗੁਰੂ ਤੋਂ ਨਿਰਮਲ ਸਿੱਖਿਆ ਲਈ, ਤੇ ਸੇਵਕ ਦੀ ਸਾਰੀ ਮਨਸਾ ਵੀ ਪੂਰਨ ਹੋ ਗਈ ਭਾਈ। ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ। ਜਿਸ ਜਨ ਨੂੰ ਮੇਰਾ ਪ੍ਰਭੂ ਪਰਮੇਸ਼ਰ ਦਿਆਲ ਹੋਇਆ, ਜਿਸ ਜਨ ਤੇ ਸੇਵਕ ਨੂੰ ਨਿਹਾਲ ਕੀਤਾ ਤਾਰਿਆ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਿਆ। ਸੋ ਜਨ ਬੰਧਨਾਂ ਨੂੰ ਕੱਟ ਕੇ ਮੁਕਤ ਹੋ ਗਏ, ਦਾ ਜਨਮ ਮਰਨ ਦੁੱਖ ਭਰਮ ਭਾਈ ਦੂਰ ਹੋਇਆ। ਐਸ਼ ਪੁਨੀਯ ਸਰਦਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ। ਸਭ ਦੀ ਇੱਛਾ ਪੂਰਨ ਕਰਨ ਵਾਲੇ ਪਰਮੇਸ਼ਰ ਮੇਰੇ ਗੁਰੂ ਨਾਨਕ ਨੇ ਦਾਸ ਦੀ ਸਾਰੀ ਸ਼ਰਧਾ ਪੂਰੀ ਕੀਤੀ। ਸਰਬ ਵਿੱਚ ਵਿਆਪਕ ਵਾਹਿਗੁਰੂ ਜਾਣ ਕੇ ਸਦ ਸੰਗ ਕਰਕੇ ਉਹ ਹਜ਼ੂਰੀ ਹੋਇਆ ਕਿ ਮੇਰਾ ਮਾਲਕ ਸਰਬ ਵਿਆਪਕ ਘਟ ਘਟ ਵਿੱਚ ਬੈਠਾ ਹੈ। ਉਸ ਦਾਤੇ ਦੀ ਕਲਾ ਵਰਤਦੀ ਹੈ, ਜੋ ਜਗਤ ਸੰਸਾਰ ਸੁੰਦਰ ਮੇਰੇ ਵਾਹਿਗੁਰੂ ਨੇ ਰਚਿਆ ਹੈ। ਭਿੰਨ ਭਿੰਨ ਧੰਦਿਆਂ ਵਿੱਚ ਵੀ ਆਪ ਲਾਇਆ, ਕਿਉਂਕਿ ਚੋਜੀ ਪ੍ਰੀਤਮ ਹੈ। ਭਿੰਨ ਭਿੰਨ ਚੋਜ ਕਰਦਾ ਹੈ, ਦੇਖਦਾ ਹੈ, ਸੁਣਦਾ ਹੈ। ਜਿਸ ਕਾ ਸਾਥ ਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਜਿਸ ਦਾ ਦਾਸ ਸੀ, ਤਿਸੀ ਨੇ ਆਪਣੇ ਸਰੂਪ ਵਿੱਚ ਮਿਲਾ ਲਿਆ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਾਸੀਠ, ਬੁਲਾਉਂਦਾ ਹੈ। ਭਗਤੀ ਕਰਕੇ ਉਹ ਨਾਮੀ ਵਿੱਚ ਸਮਾ ਗਈ, ਇੱਕ ਹੋ ਗਏ। ਸੋ ਕਿਉਂ ਵਿਸਰੈ ਜੇ ਕਾਲ ਨਾ ਭਾਨੈ, ਸੋ ਕਿਉਂ ਵਿਸਰੈ ਜੇ ਕੀਆ ਜਾਣੈ। ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ੀਸ਼ਾਂ ਦੇ ਦਾਤੇ, ਗਰੀਬ ਨਵਾਜ ਸਤਿਗੁਰੂ ਉਪਦੇਸ਼ ਦਿੰਦੇ ਨੇ, ਪਿਆਰਿਓ ਸੋ ਵਾਹਿਗੁਰੂ ਕਿਉਂ ਭੁੱਲ ਜਾਵੇ, ਕਿਉਂ ਵਿਸਰ ਜਾਵੇ, ਜੋ ਘਾਲਣਾ ਕੀਤੀ ਹੋਈ ਨੂੰ ਦੂਰ ਨਹੀਂ ਕਰਦਾ। ਇੱਕ ਤਿਲ ਦੀ ਘਾਲਣਾ ਵੀ ਸਮਰੱਥ ਗੁਰੂ ਦੇ ਦਰ 'ਤੇ ਅਜਾਈ ਨਹੀਂ ਜਾਂਦੀ। ਪਤਿਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਘਾਲੇ। ਇੱਕ ਤਿਲ ਦੀ ਘਾਲਣਾ ਵੀ ਥਾਂ ਪੈਂਦੀ ਹੈ। ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ, ਕਿਉਂ ਵਿਸਾਰਨਾ ਹੈ ਉਸ ਮਾਲਕ ਮੇਰੇ ਵਾਹਿਗੁਰੂ ਨੂੰ। ਜੀਵਾਂ ਨੂੰ ਕਰਤੱਵ ਦਾ ਫਲ ਭੋਗਾਏ ਬਿਨਾਂ ਨਾਸ ਨਹੀਂ ਕਰਦਾ, ਫਲ ਦਿੰਦਾ ਹੈ। ਜੈਸਾ ਕਰੂੰ ਵੈਸਾ ਫਲ ਹੈ। ਸੋ ਕਿਉਂ ਵਿਸਰੇ ਜੋ ਕੀਤਾ ਹੋਇਆ ਕਰਮ ਜਾਣਦਾ ਹੈ। ਪਾਤਸ਼ਾਹ ਫਰਮਾਉਂਦੇ ਨੇ, ਸੋ ਕਿਉਂ ਵਿਸਰੈ ਜੇ ਕੀਆ ਜਾਣੈ। ਮਤ ਕਹਿ ਕਿਸੇ ਨੇ ਦੇਖਿਆ ਨਹੀਂ, ਸੁਣਿਆ ਨਹੀਂ। ਮੇਰੇ ਵਾਹਿਗੁਰੂ ਤੋਂ ਕੁਝ ਲੁਕਿਆ ਛੁਪਿਆ ਹੀ ਨਹੀਂ। ਉਹ ਸਰਬ ਵਿਆਪਕ ਦੇਖਦਾ ਵੀ ਹੈ, ਸੁਣਦਾ ਵੀ ਹੈ। ਉਸ ਤੋਂ ਕੋਈ ਮੁਨਕਰ ਨਹੀਂ ਭਾਈ ਹੋ ਸਕਦਾ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਸੋ ਕਿਉਂ ਭੁੱਲ ਜਾਵੇ ਜਿਸ ਮੇਰੇ ਵਾਹਿਗੁਰੂ ਨੇ ਸਭ ਕੁਝ ਦਿੱਤਾ ਹੈ। ਸੋ ਕਿਉਂ ਭੁੱਲ ਜਾਵੇ ਜੋ ਮੇਰਾ ਵਾਹਿਗੁਰੂ ਸਾਰੇ ਜਗਤ ਜੀਵਾਂ ਦਾ ਪ੍ਰਾਣ ਰੂਪ ਹੈ। ਵੇ ਭਗਤ ਨਾਮਦੇਵ ਮਹਾਰਾਜ ਜੀ ਨੇ ਬਚਨ ਕਹੇ ਸੀ,
ਹਮਰਾ ਵੇਡੀ ਪ੍ਰਾਣ ਆਧਾਰ, ਉਹ ਤਾਂ ਪ੍ਰਾਣਾਂ ਦਾ ਆਧਾਰ ਹੈ। ਆਪਾਂ ਬੋਲਦੇ ਖਾਂ, ਵਿਚਰਦੇ ਖਾਂ, ਕਾਰ ਵਿਹਾਰ ਧੰਦੇ ਕਰਦੇ ਖਾਂ, ਸੁਣਦੇ ਖਾਂ। ਇਹ ਬਖਸ਼ੀਸ਼ਾਂ ਕਿਸ ਦੀਆਂ ਨੇ? ਮਾਲਕ ਪ੍ਰਭੂ ਦੀਆਂ ਨੇ। ਉਹ ਸਤਾ ਸਫਲਤੀ ਦਿੰਦਾ, ਆਪਾਂ ਬੋਲਦੇ ਹਾਂ, ਵਿਚਰਦੇ ਹਾਂ। ਆਪਣੇ ਵਿੱਚ ਕੋਈ ਬਲ ਹੀ ਨਹੀਂ ਕਿ ਕੁਝ ਕਰ ਸਕੀਏ। ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਜਿਸ ਮਾਲਕ ਨੇ ਸੁੰਦਰ ਜੀਵਨ ਪ੍ਰਾਣ ਦਿੱਤੇ ਤੈਨੂੰ। ਅਮੋਲਕ ਸਵਾਸ ਬਖਸ਼ੇ ਜਿਸ ਦਾਤੇ ਨੇ, ਜਿਨ੍ਹਾਂ ਦਾ ਕੋਈ ਮੁੱਲ ਨਹੀਂ। ਇਹ ਗਿਣਤੀ ਤੇ ਮਿਣਤੀ ਦੇ ਮਿਲੇ ਨੇ, ਨਾ ਵੱਧਦੇ ਨੇ ਨਾ ਘਟਦੇ ਨੇ। ਫਿਰ ਉਸ ਮਾਲਕ ਨੂੰ ਕਿਉਂ ਭੁਲਾਉਣਾ? ਕਿਉਂ ਨਾ ਉਸ ਦਾਤੇ ਦੀ ਯਾਦ ਵਿੱਚ ਜੁੜੀਏ, ਜਿਸ ਮਾਲਕ ਨੇ ਸਭ ਕੁਝ ਦਿੱਤਾ। ਸੁੰਦਰ ਤਨ ਬਖਸ਼ਿਆ, ਸੁੱਖ ਆਰਾਮ ਭੋਗ ਦਿੱਤੇ, ਸਾਖ ਸੰਬੰਧੀ ਦਿੱਤੇ। ਵੱਡੀਆਂ ਬਖਸ਼ੀਸ਼ਾਂ, ਬੜੇ ਭਾਰੀ ਉਪਕਾਰ ਸਤ ਸੰਗੀ ਜਨ ਉਸ ਦਾਤੇ ਪ੍ਰਭੂ ਨੇ ਕੀਤੇ ਨੇ। ਜੇ ਆਪਾਂ ਵਿਚਾਰੀਏ ਕਿ ਜਿਸ ਸਮੇਂ ਮਾਤਾ ਦੇ ਗਰਭ ਦੇ ਵਿੱਚ ਜਠਰ ਦੀ ਅਗਨੀ ਵਿੱਚ ਪੁੱਠੇ ਲਟਕਦੇ ਸੀ, ਉੱਥੇ ਕਿਵੇਂ ਪਾਲਣਾ ਹੁੰਦੀ ਸੀ। ਕੁਝ ਕਰਨ ਜੋਗੇ ਸੀ, ਕੁਝ ਵੀ ਕਰਨ ਜੋਗੇ ਸਮਰੱਥ ਨਹੀਂ ਸੀ। ਇੱਕ ਉਸ ਦਾਤੇ ਦਾ ਨਾਮ ਜਪਦੇ ਸੀ, ਉਹ ਜਪਾਉਂਦਾ ਸੀ। ਆਪ ਆਪਣਾ ਨਾਮ ਦਿੱਤਾ, ਤੇਰੀ ਰੱਖਿਆ ਹੋਵੇਗੀ ਨਾਮ ਜਪ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਸਾਰੇ। ਆਪ ਆਪਣਾ ਨਾਮ ਦਿੱਤਾ, ਰੱਖਿਆ ਹੁੰਦੀ, ਫਿਰ ਜਪਦਾ ਸੀ ਬਾਲਕ ਸਵਾਸ ਗਰਾਸ। ਫਿਰ ਪਾਲਣਾ ਹੋ ਰਹੀ ਸੀ। ਜਠਰ ਅਗਨੀ ਵਿੱਚ ਤੱਤੀ ਵਾਹ ਵੀ ਨਹੀਂ ਲੱਗਦੀ ਸੀ। ਸਤਪੁਰਸ਼ਾਂ ਨੇ ਬਖਸ਼ਿਸ਼ਾਂ ਕਰਨੀਆਂ ਭਾਈ, ਉਦੋਂ ਬੱਚੇ ਨੂੰ 100 ਜਨਮ ਦੀ ਗਿਆਤ ਹੁੰਦੀ ਹੈ। 100 ਜਨਮ ਦੀ ਸੋਝੀ ਮਾਤਾ ਦੇ ਗਰਭ, ਕਿਉਂਕਿ ਲਿਵ ਲੱਗੀ ਸੀ, ਮਨ ਜੁੜਿਆ ਸੀ। ਪਰ ਜਨਮ ਲਿਆ ਉਦੋਂ ਬੜੇ ਵਾਅਦੇ ਕੀਤੇ ਸੀ, ਜਦੋਂ ਮਾਤਾ ਦੇ ਗਰਭ ਵਿੱਚ ਸੀ। ਕਿਉਂਕਿ ਬੜੀਆਂ ਬੇਨਤੀਆਂ ਅਰਦਾਸਾਂ ਕਰਦਾ ਸੀ, ਤੈਨੂੰ ਜਪਾਂਗਾ, ਸੰਬੰਧ ਕੱਢਾਂਗਾ। ਜਦੋਂ ਜਨਮ ਲਿਆ, ਗਰਭ 'ਚੋਂ ਬਾਹਰ ਆਇਆ, ਵਿੱਚੋਂ ਗਰਭੈ ਨਿਕਲ ਆਇਆ। ਖਾਸੋਂ ਵਸਾਦ ਦੁਨੀ ਚਿਤ ਲਾਇਆ। ਆਪਣੇ ਮਾਲਕ ਪਰਵਰਦਗਾਰ ਨੂੰ ਵਸਾਦ ਦਿੱਤਾ। ਚਿੱਤ ਦੁਨਿਆਵੀ ਪਦਾਰਥਾਂ ਵਿੱਚ, ਮਾਤਾ ਪਿਤਾ ਸੰਬੰਧੀਆਂ ਵਿੱਚ ਲੱਗ ਗਿਆ। ਭੁੱਲ ਹੀ ਗਿਆ ਕਿ ਵਾਅਦੇ ਕੀਤੇ ਸੀ। ਸਤਿਗੁਰੂ ਫਰਮਾਉਂਦੇ ਨੇ, ਚੇਤਾ ਹੀ ਤਾਂ ਚੇਤ ਸਾਹਿਬ ਸੱਚਾ, ਸੋ ਧਣੀ ਉਹ ਯਾਦ ਕਰ ਵਾਅਦੇ ਕੀਤੇ, ਤੂੰ ਭੁੱਲਿਆ ਹੈ। ਇਸ ਮਾਲਕ ਨੇ ਬੜੇ ਭਾਰੀ ਉਪਕਾਰ ਕੀਤੇ ਨੇ ਆਪਣੇ ਤੇ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਫਿਰ ਕਿਉਂ ਨਾ ਉਸਨੂੰ ਯਾਦ ਕਰੀਏ। ਕਿਉਂ ਨਾ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮੇਸ਼ਰ ਮੇਰੇ ਵਾਹਿਗੁਰੂ ਗੁਰੂ ਨਾਨਕ ਦੀ ਯਾਦ ਵਿੱਚ ਜੁੜੀਏ, ਨਾਮ ਨੂੰ ਜਪੀਏ, ਨਿਤ ਦੇ ਨੇਮੀ ਬਣੀਏ। ਫਿਰ ਦੁੱਖ ਵੀ ਸੁੱਖਾਂ ਵਿੱਚ ਬਦਲ ਜਾਂਦੇ ਨੇ, ਕਿਉਂਕਿ ਦੇਵਣ ਵਾਲਾ ਵੀ ਉਹੀ ਹੈ, ਦੁੱਖ ਦੂਰ ਕਰਨ ਵਾਲਾ ਵੀ ਉਹੀ ਹੈ। ਸੋ ਕਿਉਂ ਵਿਸਰੈ ਜੇ ਅਗਨ ਮਹਿ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਕੈਸਾ ਮਾਲਕ ਹੈ, ਅਗਨੀ ਦੇ ਵਿੱਚ ਵੀ ਰੱਖਦਾ ਹੈ। ਮਾਤਾ ਦੀ ਗਰਭ ਜਠਰੀ ਅਗਨੀ, ਬੜੀ ਤਪਸ਼, ਸੂਖੋਂ ਪੜਦਾ, ਰੱਖਿਆ ਕਰਦਾ। ਪ੍ਰਤੱਖ ਅਗਨੀ ਵਿੱਚ ਵੀ ਰੱਖਦਾ ਹੈ ਉਹ ਮਾਲਕ। ਭਗਤਾਂ ਨੂੰ ਰੱਖਿਆ ਹੈ। ਭਗਤ ਰਹਿਲਾਦ ਜੀ, ਭਗਤ ਕਬੀਰ ਜੀ ਆਦਿਕ ਭਗਤ ਹੋਏ ਨੇ। ਅਗਨੀ ਪੋ ਨਾ ਸਕੀ, ਕਿਉਂਕਿ ਉਹ ਮਾਲਕ ਕੈਸਾ ਹੈ। ਜੋ ਮਾਲਕ ਪਰਮੇਸ਼ਰ ਦਾ ਬਣ ਗਿਆ, ਮਾਲਕ ਵੀ ਉਸ ਦਾ ਹੈ।
ਨੂੰ ਫਿਰ ਤੱਤੀ ਵਾਹ ਵੀ ਲੱਗਣ ਨਹੀਂ ਦਿੰਦਾ। ਜਿਵੇਂ ਬਾਬਾ ਬੇਰੀ ਚੰਦ ਜੀ ਬਲ ਦੇ ਭੱਠ ਵਿੱਚ ਛਾਲ ਮਾਰ ਦਿੱਤੀ ਸੀ ਕਿ ਮੇਰਾ ਗੁਰੂ ਸਮਰੱਥ ਹੈ, ਰੱਖ ਲਵੇਗਾ। ਪਤਾ ਸੀ, ਭਰੋਸਾ ਸੀ, ਵਿਸ਼ਵਾਸ ਸੀ ਆਪਣੇ ਮਾਲਕ ਸਮਰੱਥ ਗੁਰੂ ਤੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਜੀ ਤੇ ਤਤੀ ਵਾਹ ਵੀ ਨਹੀਂ ਲੱਗੀ। ਉਹ ਮਾਲਕ ਕੈਸਾ ਹੈ? ਆਦ ਜੁਗਾਦ ਭਗਤਨ ਕਾ ਰਾਖਾ, ਉਸ ਤਤ ਕਰ ਕਰ ਜੀਵਾ। ਉਹ ਆਦ ਤੋਂ ਰੱਖਦਾ ਆਇਆ ਹੈ, ਅੱਜ ਦਾ ਨਹੀਂ। ਜੇ ਕੋਈ ਸੱਚਾ ਭਗਤ ਨਿਤ ਦਾ ਨੇਮੀ ਨਾਮ ਜਪੇ, ਉਹ ਰੱਖੇਗਾ, ਰੱਖਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਉਹ ਰੱਖਿਆ ਕਰਦਾ ਹੈ ਗੁਰੂ ਦੀ ਕਿਰਪਾ ਤੇ ਇਸਨੂੰ ਕੋਈ ਵਿਰਲਾ ਹੀ ਲਖਦਾ ਹੈ। ਗੁਰ ਪ੍ਰਸਾਦ ਕੋ ਵਿਰਲਾ ਲਖ ਹੈ। ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ। ਉਹ ਮਾਲਕ ਕਿਉਂ ਵਿਸਾਰੀਏ, ਕਿਉਂ ਉਸ ਨੂੰ ਭੁਲਾਉਣਾ ਹੈ ਦਾਤੇ ਪ੍ਰਭੂ ਨੂੰ, ਜੋ ਵੈਰਾਗ ਦੇ ਕੇ ਵਿਸ਼ਿਆਂ ਤੋਂ ਵੀ ਕੱਢ ਲੈਂਦਾ ਹੈ, ਆਪ ਵੈਰਾਗ ਬਖਸ਼ਦਾ ਹੈ। ਬਾਬਾ ਜੀ ਨੇ ਬਖਸ਼ਿਆ ਕਰਨੀਆਂ। ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ। ਭਾਈ ਪਰਮਾਰਥ ਦੀ ਪਹਿਲੀ ਮੰਜ਼ਲ ਵੈਰਾਗ ਹੈ। ਪਹਿਲ ਪੁਰਸਾ ਵੇਰਾ, ਸਤਿਗੁਰੂ ਬਾਣੀ ਵਿੱਚ ਵੀ ਕਹਿੰਦੇ ਨੇ। ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ। ਸਤਿਗੁਰੂ ਮਨ ਵੈਰਾਗੀ ਹੋਇਆ ਹੈ, ਦਰਸ਼ਨ ਦੀ ਅਬਲਾਖਾ ਇੱਛਾ ਹੈ। ਇਹ ਸ਼ਿਵਨਾਭ ਰਾਜੇ ਦਾ ਮਨ ਵੈਰਾਗੀ ਹੋਇਆ ਸੀ, ਇੱਛਾ ਸੀ ਦਰਸ਼ਨਾਂ ਦੀ ਕਿ ਮੇਰੇ ਸਤਿਗੁਰੂ ਗੁਰਦੇਵ ਆਪ ਚੱਲ ਕੇ ਆਵੋ, ਦਰਸ਼ਨ ਦੇਵੋ। ਮਨ ਸੁਖ ਸ਼ਾਹ ਤੋਂ ਬੜੀ ਵਡਿਆਈ ਸੋਭਾ ਨੂੰ ਸੁਣਿਆ, ਫਿਰ ਅੰਨ ਜਲ ਵੀ ਛੱਡ ਦਿੱਤਾ ਸੀ। ਇਹ ਜਗਤ ਦਾ ਮਾਲਕ, ਅੰਤਰ ਦਾ ਪ੍ਰੇਰਕ, ਅੰਤਰਜਾਮੀ ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਜਾਣਾ ਹੈ ਸ਼ਿਵਨਾਭ, ਦਿਨ ਰਾਤ ਯਾਦ ਕਰਦੇ ਆ। ਹੁਣ ਤਾਂ ਅੰਨ ਜਲ ਵੀ ਛੱਡ ਦਿੱਤਾ ਹੈ। ਭਾਈ ਮਰਦਾਨਾ ਕਹਿਣ ਲੱਗਾ, ਸਤਿਗੁਰੂ ਫਿਰ ਕਰੋ ਕਿਰਪਾ, ਦਰਸ਼ਨ ਦਵੋ ਤਾਰੋ। ਨੇਤਰ ਮੀਚੇ ਨੇਤਰ ਖੋਲੇ ਪਹੁੰਚ ਗਏ, ਸੁੱਕਾ ਬਾਗ ਹਰਿਆ ਭਰਿਆ ਹੋ ਗਿਆ। ਰਾਜੇ ਨੇ ਪਰਖ ਵੀ ਕੀਤੀ, ਪਰ ਜੋ ਰਾਣੀਆਂ ਆਈਆਂ ਸੀ ਸਭਨਾਂ ਤੇ ਸਤਿਗੁਰਾਂ ਨੇ ਬਖਸ਼ੀਸ਼ਾਂ ਕੀਤੀਆਂ, ਉਹਨਾਂ ਨੂੰ ਵੀ ਤਾਰ ਦਿੱਤਾ। ਤੇ ਰਾਜਾ ਆਇਆ, ਬਖਸ਼ੀਸ਼ਾਂ ਲਈਆਂ ਗੁਰਦੇਵ ਤੋਂ, ਮੁਹੱਲਾ ਵਿੱਚ ਲੈ ਕੇ ਗਿਆ, ਭੁੱਲ ਵੀ ਮੰਗੀ, ਕਿਉਂਕਿ ਉਹ ਮਾਲਕ ਵੱਡਾ ਹੈ, ਬਖਸ਼ੀਸ਼ਾਂ ਦਾ ਦਾਤਾ ਹੈ, ਬੜਾ ਦਿਆਲੂ ਤੇ ਬੜਾ ਕਿਰਪਾਲੂ। ਬਾਬਾ ਜੀ ਨੇ ਬਖਸ਼ਿਸ਼ਾਂ ਕਰਨੀਆਂ। ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ। ਭਾਈ ਢਹਿਣ ਵਿੱਚ ਦੇਰੀ ਹੈ, ਬਖਸ਼ਣ ਵਿੱਚ ਕੋਈ ਦੇਰੀ ਨਹੀਂ, ਕਿਉਂਕਿ ਮੇਰਾ ਗੁਰੂ ਨਾਨਕ ਬੜਾ ਦਿਆਲੂ, ਬੜਾ ਕਿਰਪਾਲੂ ਹੈ। ਜਿਸ ਮਾਲਕ ਨੇ ਸੱਜਣ ਠੱਗ ਵਰਗੇ, ਕੌਡੇ ਰਾਖਸ਼ ਵਰਗੇ ਬਖਸ਼ੇ, ਆਪ ਚੱਲ ਕੇ ਗਿਆ, ਭੂਮੀਏ ਚੋਰ ਨੂੰ ਆਪ ਤਾਰਿਆ। ਬਚਨ ਕਿਹਾ, ਸਤਿਗੁਰੂ ਮੈਂ ਚੋਰੀ ਨਹੀਂ ਛੱਡ ਸਕਦਾ, ਇਹ ਵੱਡ ਵਡੇਰਿਆਂ ਤੋਂ ਚਾਲੀ ਚੱਲੀ ਆਉਂਦੀ ਹੈ। ਜੋ ਤੁਸੀਂ ਬਚਨ ਕਹੋਗੇ ਉਹ ਮੰਨਾਂਗਾ। ਫਿਰ ਬਚਨ ਕਹੇ, ਸੱਚ ਬੋਲਣਾ, ਝੂਠ ਨਹੀਂ ਬੋਲਣਾ, ਗਰੀਬ ਮਾਰ ਨਹੀਂ ਕਰਨੀ, ਲੂਣ ਖਾ ਕੇ ਹਰਾਮ ਨਹੀਂ ਕਰਨਾ। ਫਿਰ ਬਖਸ਼ੀਸ਼ਾਂ ਹੋਈਆਂ, ਰਾਜੇ ਨੇ ਚੋਰੀ ਕੀਤੀ। ਜਦੋਂ ਕੁਝ ਕੁ ਨਮਕ ਚੁੱਕਿਆ, ਰਸ ਨਮਕ ਦਾ ਆਇਆ, ਕੋਈ ਸੁੰਦਰ ਭਾਂਡੇ ਵਿੱਚ, ਬਰਤਨ ਵਿੱਚ ਵਸਤੂ ਪਈ ਸੀ। ਫਿਰ ਬਚਨ ਯਾਦ ਆਇਆ ਕਿ ਪਾਤਸ਼ਾਹ ਦੇ ਗੁਰਦੇਵ ਦੇ ਬਚਨ ਨੇ, ਨੂਣ ਖਾ ਕੇ ਹਰਾਮ ਨਹੀਂ ਕਰਨਾ। ਪੰਡ ਬੰਦੀ ਹੀਰੇ ਜਵਾਹਰਾਤ ਯਾਦ ਉੱਥੇ ਛੱਡ ਦਿੱਤੀ। ਜਦੋਂ ਪਤਾ ਲੱਗਿਆ ਗਰੀਬ ਮਾਰ ਹੋ ਰਹੀ,
ਜਿਨ੍ਹਾਂ ਦਾ ਕੋਈ ਦੋਸ਼ ਨਹੀਂ, ਉਹ ਕੁੱਟੇ ਮਾਰੇ ਜਾ ਰਹੇ ਨੇ। ਵਾਹੋ ਦਾਹੀ ਭੱਜਿਆ ਦੌੜਿਆ ਆ ਗਿਆ ਭੂਮੀਆ ਚੋਰ। ਰਾਜੇ ਨੂੰ ਕਹਿਣ ਲੱਗਾ, ਮਹਾਰਾਜ ਇਹਨਾਂ ਦਾ ਕੋਈ ਦੋਸ਼ ਨਹੀਂ, ਇਹਨਾਂ ਨੂੰ ਛੱਡ ਦੇਵੋ। ਦੋਸ਼ੀ ਮੈਂ ਹਾਂ, ਜੋ ਸਜ਼ਾ ਦੇਣੀ ਮੈਨੂੰ ਦੇਵੋ। ਰਾਜਾ ਬੜਾ ਅਚਰਜ ਹੋਇਆ, ਇਹ ਅੱਜ ਤੱਕ ਕੋਈ ਚੋਰ ਐਸਾ ਨਹੀਂ ਦੇਖਿਆ। ਨੇ ਆਪ ਕਿਹਾ। ਰਾਜਾ ਕਹਿਣ ਲੱਗਾ, ਤੂੰ ਚੋਰੀ ਤਾਂ ਕੀਤੀ ਪਰ ਲੈ ਕੇ ਕਿਉਂ ਨਹੀਂ ਗਿਆ, ਕੀ ਕਾਰਨ? ਉਹ ਵੀ ਆ ਕਹਿਣ ਲੱਗਾ, ਮੇਰੇ ਗੁਰੂ ਦਾ ਬਚਨ ਹੈ, ਨੂਣ ਖਾ ਕੇ ਹਰਾਮ ਨਹੀਂ ਕਰਨਾ। 3 ਬਚਨ ਕੀਤੇ ਸੀ, ਸਾਰੀ ਵਿਥਿਆ ਸੁਣਾ ਦਿੱਤੀ। ਪੁੱਛੇ ਅਹਿਲਕਾਰਾਂ ਨੂੰ, ਮੈਂ ਇਹਨਾਂ ਨੂੰ ਦੱਸ ਕੇ ਗਿਆ ਸੀ ਮੈਂ ਚੋਰ ਹਾਂ। ਪੁੱਛਿਆ ਗਿਆ। ਅਹਿਲਕਾਰ ਕਹਿਣ ਲੱਗੇ, ਮਹਾਰਾਜ ਸਾਨੂੰ ਪ੍ਰਤੀਤ ਹੋਇਆ ਤੁਹਾਡਾ ਸੰਬੰਧੀ ਹੋਵੇਗਾ, ਕਿਉਂਕਿ ਸੱਚ ਬੋਲਿਆ। ਕਿਉਂਕਿ ਜਿੱਤ ਸੱਚ ਦੀ ਹੁੰਦੀ ਹੈ, ਝੂਠ ਦੀ ਨਹੀਂ। ਜਿੱਥੇ ਸੱਚ ਉੱਥੇ ਗੁਰੂ ਨਾਨਕ ਪਾਤਸ਼ਾਹ ਆਪ ਬਖਸ਼ਿਸ਼ਾਂ ਕਰਦੇ ਨੇ, ਆਪ ਰੱਖਦੇ ਨੇ ਜੋ ਸੱਚ 'ਤੇ ਚੱਲਦਾ ਹੈ। ਫਿਰ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਭੂਮੀਏ 'ਤੇ। ਤੇ ਰਾਜੇ ਨੂੰ ਕਹਿਣ ਲੱਗੇ ਕਿ ਸਤਿਗੁਰਾਂ ਨੇ ਇਹ ਬਚਨ ਕੀਤਾ ਸੀ ਕਿ ਨੂਣ ਖਾ ਕੇ ਹਰਾਮ ਨਹੀਂ ਕਰਨਾ। ਮੈਂ ਕੁਝ ਚੱਖਿਆ ਪਦਾਰਥ, ਨਮਕ ਦਾ ਸਵਾਦ ਆਇਆ, ਸਭ ਛੱਡ ਦਿੱਤਾ। ਇਹ ਰਾਜਾ ਕਹਿਣ ਲੱਗਾ, ਤੂੰ ਹੁਣ ਕਿਉਂ ਆਇਆ ਹੈ? ਮਹਾਰਾਜ ਇਹ ਵੀ ਮੇਰੇ ਗੁਰੂ ਦਾ ਬਚਨ ਹੈ ਕਿ ਗਰੀਬ ਮਾਰ ਨਹੀਂ ਕਰਨੀ ਮੇਰੇ ਜ਼ਰੀਏ, ਕਿਉਂਕਿ ਦੋਸ਼ੀ ਮੈਂ ਹਾਂ। ਇਹਨਾਂ ਦੇ ਮਾਰਾਂ ਪੈ ਰਹੀਆਂ ਨੇ, ਇਹਨਾਂ ਦਾ ਕੋਈ ਦੋਸ਼ ਨਹੀਂ। ਰਾਜੇ ਨੇ ਆਪਣਾ ਅਹਿਲਕਾਰ ਵਜ਼ੀਰ ਬਣਾ ਲਿਆ, ਜੋ ਹੋਰ ਨਾਮੀ ਸਾਥੀ ਸੀ ਉਹਨਾਂ ਨੂੰ ਵੀ ਅਹਿਲਕਾਰ ਬਣਾ ਲਿਆ। ਕੈਸੀਆਂ ਬਖਸ਼ਿਸ਼ਾਂ! ਰਾਜਾ ਵੀ ਤਰ ਗਿਆ, ਔਰ ਬਖਸ਼ਿਸ਼ਾਂ ਵੱਡੀਆਂ ਹੋਈਆਂ ਰਾਜੇ 'ਤੇ ਵੀ ਸਤਿਗੁਰਾਂ ਦੀਆਂ, ਜੋ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਭਾਈ ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗੰਢੈ। ਉਹ ਜਨਮਾਂ ਜਨਮਾਤਰਾਂ ਦਾ ਟੁੱਟਿਆ ਹੋਇਆ ਵਿਜੋਗੀ, ਉਹਨੂੰ ਵੀ ਆਪਣੇ ਸਾਥ ਗੰਢ ਲੈਂਦਾ। ਮੇਰਾ ਮਾਲਕ ਹੀ ਐਸਾ ਹੈ। ਗੁਰਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਗੁਰਪੂਰੈ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਪੂਰੇ ਸਤਿਗੁਰਾਂ ਨੇ ਜਿਸ ਨੂੰ ਭਾਈ ਯਥਾਰਥ ਗਿਆਨ ਸਮਝਾਇਆ, ਤੇ ਇਸ ਜਨ ਨੇ ਆਪਣਾ ਪ੍ਰਭੂ ਧਿਆਇਆ ਹੈ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰਿ ਨਾਮ। ਹੇ ਸੰਤ ਸੱਜਣੋ, ਤੁਸੀਂ ਇਹੀ ਕੰਮ ਕਰੋ, ਕਾਮ ਤਿਆਗ ਕੇ ਔਰ ਕੰਮ ਛੱਡ ਕੇ ਅਵਰ ਕਾਜ 'ਤੇ ਰਹਿ ਕੇ ਤੈ ਨਾ ਕਾਮ। ਉਹ ਕਿਸੇ ਗਿਣਤੀ ਵਿੱਚ ਨਹੀਂ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਨਾਮ ਜਪੋ ਸੰਗਤ ਕਰੋ, ਆਨ ਤਿਆਗ ਜਪੋ ਹਰਿ ਨਾਮ। ਪਰਮੇਸ਼ਰ ਦਾ ਨਾਮ ਜਪੋ। ਸਿਮਰ 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 ਸੁਖ ਪਾਵੋ, ਆਪ ਜਪੋ ਅਵ ਰਹਿ ਨਾਮ ਜਪਾਵੋ। ਪਾਤਸ਼ਾਹ ਫਰਮਾਉਂਦੇ ਨੇ, ਜਿਸ ਨਾਮ ਨੂੰ ਭਾਈ ਮਨ ਤਨ ਬਾਣੀ ਕਰਕੇ ਸਿਮਰੋ, ਆਤਮ ਸੁੱਖ ਨੂੰ ਪਾ ਲਵੋਗੇ। ਨਾਮ ਜਪੋਗੇ, ਬਖਸ਼ਿਸ਼ਾਂ ਲੈ ਲਵੋਗੇ। ਆਪ ਜਪੋ, ਔਰਾਂ ਨੂੰ ਵੀ ਜਪਾਵੋ, ਕਿਉਂਕਿ ਜਪਣਾ ਵੀ ਹੈ ਜਪਾਉਣਾ ਵੀ ਹੈ। ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ। ਪਾਤਸ਼ਾਹ ਫਰਮਾਉਂਦੇ ਨੇ, ਪ੍ਰੇਮਾ ਭਗਤੀ ਮਨ ਤਨ ਬਾਣੀ ਕਰਕੇ ਜਪੋ, ਪ੍ਰੇਮਾ ਭਗਤੀ ਕਰੋ। ਇਸ ਸੰਸਾਰ ਤੋਂ ਤਰ ਜਾਈਦਾ ਹੈ, ਪ੍ਰੇਮਾ ਭਗਤੀ ਕਰੇ। ਭਾਈ ਸਾਹਿਬ ਦੇ ਵੀ ਬਚਨ ਨੇ, ਭਾਈ ਗੁਰਦਾਸ ਜੀ ਦੇ।
कल जुग की सुन साधना, कर्म किरत की चले ना काई। बिना भजन भगवान के भाओ, भगत बिन ठौ ना थाई। प्रेमा भगती तो बिना कोई कर्म कीता थां नहीं पैंदा। प्रेमा भगती करो तर जावोगे। भगती तो बिना भाई ये शरीर खाकवत निष्फल हो जाएगा। ये तन ने सफल नहीं होना जे तुसी नाम नहीं जपिया। सरब कल्याण सुख निध नाम, बूढ़त जात पाए विश्राम। सर्व प्रकार मुक्तियां और सुखा की निध वाहिगुरु का नाम है पाई। जिसदे जाप तो बूढ़दा जाता पुरुष स्थिति पा लेंदा है। क्योंकि नाम ऐसा है जिस नाम नू जपिया तुसी तर जावोगे। पातशाह फरमाउंदे ने नाम बेड़ी संत मला। बाबा जी ने बख्शियां करनी कि नाम बेड़ी ते रब दे जन मला हुंदे ने। बेड़ी ते चढ़दे ने भाई नाम जपो। समझो बेड़ी ते चढ़ना है फिर पार हो जावांगे। नाम बेड़ी संत मला, पार कर दे खाम खा। कोई भी आया पुन्नी आया पापी आया, रब दे जना ने तारना है। उपदेश नाम दा। सरब कल्याण सुख निध नाम, बूढ़त जात पाए विश्राम। सर्व प्रकार मुक्तियां और सुखा की निधि परमेश्वर का नाम है। जिसदे जाप तो बुढ़दा जाता पुरुष तर जाता है। सगल दुख का होवत नास, नानक नाम जपो गुणतास। संपूर्ण दुखों का जिस नाम के नाल नाश हो जाता। एक दो दुख नहीं आखिया सतगुरां ने। सगल दुख का होवत नाश, सारे दुखों का नाश किवें होवेगा भाई जे तू नाम जपेगा। सर्व रोग का औखद नाम, कल्याण रूप मंगल गुणगाम। सारे रोगों की दारू परमेश्वर का नाम है। नाम जपेगा दुख नाश हो जावणगे। सो गुणा का समुंदर मेरे वाहिगुरु का भाई नाम है। उपजी प्रीत प्रेम रस चाओ, मन तन अंतर यही सुआओ। जिन्हां दी प्रीति उपजी प्रगट होई, जिन्हां दी सच्ची प्रीत है। प्रीत प्रीत गुरिया मोहन लालना। ऐसी प्रीत होवे गुरु दे सिख दी, गुरु दे नाल। वाह पुरशां दी बख्शिशां करनियां भाई। ये वाण की रस्सी है मच जाती है पर वट नहीं खुलता। प्रीत है जिन्हां दी प्रीत प्रगट होई ते इन्हां दे चित्त विच प्रेम का जो रस ऐसा उत्साह होया प्रेम के रस का। ते इन्हां दे मन ते तन विच मन तन अंतर यही सुआओ। मन ते तन विच यही लाभ प्रयोजन है कि जपना है तरना है। नेत्र हो पेख दरस सुख होए, मन विगसै साध चरण धोए। नेत्रा ते संतां दे दर्शन देखो सुख मिलेगा। क्योंकि रब दे प्यारे ने मिले हुए। इन साधु दे चरणां नूं धो के मन प्रफुल्लित हो जाता है। पातशाह फरमाउंदे ने चरण साध के धोए धोए पियो। अल्प साध को अपना जियो, साध की धूर करो स्नान। साधु पुर जाइए कुर्बान। अपना आप कुर्बान कर दो रब दे जना तो। भगत जना कै मन तन रंग, बिरला को पावै संग।
ਜਿਨ ਭਗਤ ਜਨਾਂ ਦੇ ਮਨ ਤਨ ਵਿੱਚ ਪ੍ਰੇਮ ਹੈ, ਤਿਨਾਂ ਦੇ ਸਤ ਸੰਗ ਨੂੰ ਕੋਈ ਵਿਰਲਾ ਪਾਉਂਦਾ ਹੈ। ਏਕ ਵਸਤ ਦੀਜੈ ਘਰ ਮਾਇਆ, ਗੁਰ ਪ੍ਰਸਾਦ ਨਾਮ ਜਪ ਲਿਆ। ਜਿਨ੍ਹਾਂ ਨੇ ਗੁਰੂ ਦੀ ਕਿਰਪਾ 'ਤੇ ਭਾਈ ਨਾਮ ਜਪਿਆ, ਇਹ ਵਾਹਿਗੁਰੂ ਤਿਨਾਂ ਦੀ ਸੰਗਤ ਰੂਪ ਇੱਕ ਅਦੁੱਤੀ ਵਸਤੂ ਮੈਨੂੰ ਦਵੋ। ਤਾ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਜਿਨ੍ਹਾਂ ਨੇ ਵਾਹਿਗੁਰੂ ਨੂੰ ਸਰਬ ਵਿੱਚ ਸਮਾਇਆ ਹੋਇਆ ਜਾਣ ਲਿਆ ਕਿ ਮੇਰਾ ਮਾਲਕ ਸਰਬ ਵਿਆਪਕ ਹੈ। ਤਿੰਨ ਸੰਤ ਜਨਾਂ ਦੀ ਉਪਮਾ ਕਹੀ ਨਹੀਂ ਜਾਂਦੀ, ਤਿਨਾਂ ਦਾ ਜਸ ਸਰਬ ਵਿੱਚ ਸਮਾਇਆ ਹੈ। ਪ੍ਰਭ ਬਖਸ਼ੰਦ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ। ਹੇ ਮੇਰੇ ਪਰਵਰਦਗਾਰ, ਬਖਸ਼ਿੰਦ ਦੀਨ ਬੰਧੂ ਦੀਨ ਦਿਆਲ, ਭਗਤਾਂ ਦੇ ਪਿਆਰੇ, ਤੂੰ ਸਦਾ ਕਿਰਪਾਲੀ ਰੂਪ ਹੈ, ਤੂੰ ਸਦਾ ਦਿਆਲ ਹੈ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਹੇ ਅਨਾਥਾਂ ਦੇ ਨਾਥ, ਹੇ ਗੋਬਿੰਦ ਗੋਪਾਲ, ਆਪ ਸਰਬ ਘਟਾਂ ਦੀ ਪ੍ਰਤੀਪਾਲਨਾ ਕਰਦੇ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨੈਮਖ ਨੈਮਖ ਤੁਮ ਹੀ ਪ੍ਰਤਪਾਲੋ, ਹਮ ਬਾਲਕ ਤੁਮਰੇ ਧਾਰੇ। ਅਸੀਂ ਤਾਂ ਤੇਰੇ ਬਾਲਕੇ ਹਾਂ, ਤੂੰ ਆਪ ਰੱਖਦਾ ਹੈ, ਕਿਉਂਕਿ ਉਹ ਐਸਾ ਮਾਲਕ ਹੈ ਜਿਸ ਮਾਲਕ ਨੂੰ ਸਭਨਾਂ ਦੀ ਖਬਰ, ਸਭਨਾਂ ਦੀ ਚਿੰਤਾ ਵੀ ਹੈ ਕਿ ਰੋਜੀ ਸਭਨਾਂ ਨੂੰ ਦੇਣੀ ਹੈ, ਰੋਜੀ ਹੀ ਰੋਜ਼। ਕੈਸੀ ਰੋਜੀ? ਪਾਤਸ਼ਾਹ ਕਲਗੀਧਰ ਮਹਾਰਾਜ ਫਰਮਾਉਂਦੇ ਨੇ, ਭਾਈ ਮਨੁੱਖ ਦੇ ਔਗੁਣਾਂ ਨੂੰ ਵੀ ਦੇਖਦਾ ਮੇਰਾ ਵਾਹਿਗੁਰੂ, ਪਰ ਫਿਰ ਵੀ ਰੋਜੀ ਦਿੰਦਾ ਹੈ। ਉਹ ਦਇਆ ਦਾ ਸਮੁੰਦਰ ਹੈ ਮੇਰਾ ਪਰਮੇਸ਼ਰ, ਮੇਰਾ ਵਾਹਿਗੁਰੂ। ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਦੇਖਦਾ ਏ ਪਾਪੀ ਹੈ ਔਗਣ ਖਾਰਾ, ਅਕਿਰਤ ਘਣ ਹੈ ਨਾ ਸ਼ੁਕਰਾ ਹੈ, ਫਿਰ ਵੀ ਰੋਜੀ ਦਿੰਦਾ। ਐਸਾ ਦਿਆਲੂ ਤੇ ਕਿਰਪਾਲੂ ਹੈ, ਉਹ ਐਸਾ ਮਾਲਕ ਹੈ, ਅਨਾਥਾਂ ਦਾ ਨਾਥ ਹੈ। ਇੱਕ ਦੀ ਪ੍ਰਤੀਪਾਲਨਾ ਨਹੀਂ, ਰੋਜੀ ਹੀ ਰਾਜ ਬਲੋਕ ਤਰਾਜ, ਕਰੋਖ ਰੋਹਾਨ ਕੀ ਰੋਜੀ ਨਾ ਟਾਰੈ। ਸਭਨਾਂ ਨੂੰ ਦਿੰਦਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਸਭਨਾਂ ਦਾ ਦਾਤਾ ਮਾਲਕ ਹੈ, ਰੋਜੀ ਸਭਨਾਂ ਨੂੰ ਦਿੰਦਾ ਹੈ। ਐਸਾ ਕਿਰਪਾਲੂ ਦਿਆਲੂ ਹੈ। ਪਾਤਸ਼ਾਹ ਫਰਮਾਉਂਦੇ ਨੇ, ਆਦ ਪੁਰਖ ਕਾਰਣ ਕਰਤਾਰ, ਭਗਤ ਜਨਾ ਕੇ ਪ੍ਰਾਨ ਆਧਾਰ। ਇਹ ਸਰਬ ਦੀ ਯਾਦ ਕਾਰਨ, ਪੁਰਖ ਕਰਤਾਰ, ਆਪ ਭਗਤ ਜਨਾਂ ਦੇ ਪ੍ਰਾਣਾਂ ਦਾ ਆਧਾਰ ਹੋ। ਜੋ ਜੋ ਜਪੈ ਸੋ ਹੋਏ ਬਨੀਤ, ਭਗਤ ਭਾਏ ਲਾਵੈ ਮਨ ਹੀਤ। ਜੋ ਜੋ ਆਪ ਦੇ ਨਾਮ ਨੂੰ ਪ੍ਰੇਮਾ ਭਗਤੀ ਵਿੱਚ ਅਧਿਕ ਹਿਤ ਲਾ ਕੇ ਜਪਦਾ ਹੈ, ਸੋ ਪਾਵਨ ਪਵਿੱਤਰ ਹੋ ਜਾਂਦਾ ਹੈ। ਹਮ ਨਿਰਗੁਣਿਆਦ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਅਸੀਂ ਤਾਂ ਨਿਰਗੁਣ, ਗੁਣਾਂ ਤੋਂ ਰਹਿਤ, ਨੀਚ ਅਗਿਆਤ ਜਨ ਹਾਂ ਪ੍ਰਭੂ। ਦੀਨਾਂ ਤੋਂ ਦੀਨ ਖਾਂ, ਤੂੰ ਦੀਨ ਬੰਧੂ ਦੀਨ ਦਿਆਲ ਕਿਰਪਾਲੂ ਹੈ। ਸਭ ਆਵ ਗੁਣ ਮਹਿ ਗੁਣ ਨਹੀਂ ਕੋਈ, ਸਾਰੇ ਔਗੁਣ ਕੋਈ ਵੀ ਗੁਣ ਨਹੀਂ, ਪਰ ਤੂੰ ਬਖਸ਼ੀਸ਼ਾਂ ਦਾ ਮਾਲਕ ਹੈ। ਹੇ ਮੇਰੇ ਪਰਵਰਦਗਾਰ, ਹੇ ਪ੍ਰਭੂ, ਆਪ ਦੀ ਛੰਡ ਵਿੱਚ ਆਏ ਹਾਂ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ,
ज्यों भी जानो रख लवो तेरे हाँ। सरब बैकुंठ मुक्त मोख पाए, एक निमख हर के गुण गाए। पातशाह फरमाउंदे ने सरब बैकुंठ मुक्त मोख पाए, एक निमख हर के गुण गाए। तिसने बैकुंठ विच प्राप्त होने से स्वरूप साजुज आदਿਕ जो सर्व मुक्तियां ने, तिन्हां नूं कई वल मोख आदਿਕ सुख तिसने पा लए। ते एक नेत्रां दे फर्क ने मात्र भी मेरे गुरु नानक दे गुण गाए ने पाई। कैसियां बख्शीशां ने। आनक राज भोग वड़ियाई, हर के नाम की कथा मन पाई। जिसने मन विच परमेश्वर दे नाम दी जिसदे मन विच कथा पा गई, सुन हर कथा उतारी मैल, मैल उतर जाती है। जिन्हां ने कथा सुनी बख्शीशां मिलदियां ने गुरु नानक दे घरों। आनक राज भोग वड़ियाई, हर के नाम की कथा मन पाई। इन्हां दे मन विच भा गई, प्यारी लगी परमेश्वर की कथा, तो इन्होंने अनेक राज दे भोग वड़ियाइयां पाइयां ने। बहु भोजन कापर संगीत, रसना जपती हर हर नीत। जिन्हां दी रसना हर हर नाम जाप नूं नित जपदी है, ते इन्हां दे बहुत भोजन छक लए, वस्त्र पहने, संगीत आदਿਕ राग गाए, सुन ले, इनू सारे सुख मिलते ने भाई। भली सो करनी शोभा धनवंत, हिरदै वसे पूरन गुरमंत। ते हिरदे विच पूरन सतगुरु का उपदेश मंत्र वसदा कि मेरे गुरु के बचन ने, गुरु का उपदेश तेरी भली करनी है भाई। वो शोभावान उधाड़ बड़ा शाहूकार है मानो। साध संग प्रभ देहो निवास, सर्ब सुख नानक परगास। इस तरह भाई बेनती करो, हे मेरे परवरगार, मेरे सतगुरु गरीब नवाज जी, इन संतां दे संग सानू भी निवास बख्शो, असी भी तेरे जना की संगत करिए, बख्शीशां लईए। जिस सत संग ते सारियां नू सुखां दा प्रकाश हुंदा है। सलोक सदगुण निर्गुण निरंकार, सुन समाधि आप। पातशाह गुरुदेव गुरु अर्जन देव महाराज 21ਵੀਂ अष्टपदी विच जगत की रचना परलो द्वारा परमेश्वर का जस फरमाउंदे ने। सरगुण निर्गुण निरंकार सुन समाधि आप। जो निर्गुण निरंकार अफुल समाधि रूप है मेरा वाहिगुरु, सोई आप सरगुण रूप होया, कोई दूजा नहीं। वो आप ही निर्गुण तो सरगुण होया। आपन किया नानका आपे ही फिर जाप। अपना कीता होया जो प्रपंच ये जगत सुंदर, तैनू आप ही जानदा है मेरा वाहिगुरु। क्योंकि साजिया भी आप है, लै भी आप करदा, जानदा भी है क्योंकि बड़ा मालिक है। उस दाते है कि फिर सियाण विच तराई की चलेगी, जिस मालिक ने रचिया है। आप ही इस प्रपंच नूं लै कर लैंदा। जगत मिथ्या सिद्ध करन लईए परले अवस्थे, परला अवस्था सतगुरु दिखाउंदे ने कि पर लो, क्योंकि जगत संसार सदीवी नहीं रहना। दृष्ट मानक है सगल मथेना, जो आप देखते हाँ तकते हाँ ये नाश हो जाएगा। सदीवी रहन वाला नहीं। परलो आवेगी, जो परलो आउंदी है संसार जगत का नाश हो जाता है।
ਮਾਹਾ ਭਰ ਲਓ, ਇੰਦਰਪੁਰੀ, ਸ਼ਿਵਪੁਰੀ, ਬ੍ਰਹਮਪੁਰੀ ਆਦਿਕ ਪੁਰੀਆਂ ਦਾ ਵੀ ਨਾਸ ਹੋ ਜਾਂਦਾ ਹੈ। ਆਸਟ ਬਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟ ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਜਬ ਇਹ ਆਕਾਰ ਰੂਪ ਜਗਤ ਕਿਛ ਦ੍ਰਿਸ਼ਟੀ ਨਹੀਂ ਆਉਂਦਾ ਸੀ, ਕੋਈ ਸੰਸਾਰ ਹੀ ਨਹੀਂ ਸੀ, ਪ੍ਰਭੂ ਆਪ ਹੀ ਆਪ ਸੀ, ਤਾਂ ਪਾਪ ਤੇ ਪੁੰਨ ਕਿੱਥੇ ਹੁੰਦੇ ਸੀ? ਪਾਪ ਪੁੰਨ ਕੁਝ ਵਿਸਤਾਰ ਨਹੀਂ ਸੀ ਭਾਈ, ਉਦੋਂ ਪਾਪ ਤੇ ਪੁੰਨ ਦਾ ਵਿਸਤਾਰ ਹੀ ਨਹੀਂ ਸੀ। ਜਬ ਧਾਰੀ ਆਪਨ ਸੁਨ ਸਮਾਦ, ਤਬ ਵੈਰ ਵਿਰੋਧ ਕਿਸ ਸੰਗ ਕਮਾਤ। ਪਾਤਸ਼ਾਹ ਫਰਮਾਉਂਦੇ ਨੇ, ਜਬ ਪਰਿਪੂਰਨ ਪਰਮਾਤਮਾ ਨੇ ਆਪ ਅਖੁਦ ਸਮਾਧੀ ਧਾਰਨ ਕੀਤੀ ਹੋਈ ਸੀ, ਤਬ ਨਵੀਨ ਸੁਤੰਤਰਤਾ ਪੁਰਾਤਨ ਦੁਸ਼ਮਣੀ ਕੋਈ ਨਹੀਂ ਸੀ ਕਿ ਸਾਧ ਕਮਾਉਂਦਾ ਸੀ, ਭਾਵ ਕੋਈ ਵੀ ਨਹੀਂ ਕਮਾਉਂਦਾ ਸੀ। ਜਬ ਇਸ ਕਾ ਬਰਨ ਚੈਨ ਨਾ ਜਾਪਤ, ਤਬ ਖਰਖ ਸੋਗ ਕਹੋ ਕਿਸੈ ਬਿਆਪਤ। ਜਬ ਇਸ ਦਾ ਗੌਲ ਸਿਆਮ ਆਦਿਕ ਰੰਗ, ਤਿਲ ਰਸਨ ਆਦਿਕ ਚਿਹਨ ਨਹੀਂ ਜਾਣਿਆ ਜਾਂਦਾ ਸੀ, ਤਬ ਖਰਖ ਤੇ ਸੋਗ ਕਹੋ ਕਿਸ ਨੂੰ ਵਿਆਪਦਾ ਸੀ? ਕਿਸੀ ਨੂੰ ਵੀ ਨਹੀਂ। ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ। ਜਿਸ ਸਮੇਂ ਆਪਣੇ ਆਪ ਵਿੱਚ ਆਪ ਹੀ ਮੇਰਾ ਪਰਿਪੂਰਨ ਪਰਮਾਤਮਾ ਸਥਿਤ ਸੀ, ਤਾਂ ਮੋਹ ਤੇ ਭਰਮ ਕਹੋ ਕਿਸ ਨੂੰ ਹੁੰਦਾ ਸੀ? ਕਿਸੇ ਨੂੰ ਵੀ ਨਹੀਂ। ਆਪਨ ਖੇਲ ਆਪ ਵਰ ਤੀਜਾ, ਨਾਨਕ ਕਰਨੈ ਖਾਰ ਨਾ ਦੂਜਾ। ਤਿਸ ਪਰਵਤਗਾਰ ਨੇ ਆਪਣਾ ਵਿਲਾਸ ਪ੍ਰਪੰਚ ਆਪ ਵਰਤਾਇਆ, ਆਪ ਹੀ ਪ੍ਰਪੰਚ ਰਚਿਆ। ਇਸ ਜਗਤ ਦਾ ਰਚਣਹਾਰ ਤੇ ਇਸੇ ਬਿਨਾਂ ਕੋਈ ਦੂਜਾ ਨਹੀਂ, ਉਹ ਆਪ ਹੀ ਮਾਲਕ ਹੈ ਰਚਣ ਵਾਲਾ। ਏਕ ਦੂਰ ਤੇ ਸਭ ਜਗ ਉਪਜਿਆ, ਸਾਜਣ ਵਾਲਾ ਆਪ ਹੈ ਸਭਨਾਂ ਨੂੰ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕੋ ਗਨੀ। ਪਾਤਸ਼ਾਹ ਫਰਮਾਉਂਦੇ ਨੇ, ਜਬ ਪ੍ਰਪੰਚ ਰੂਪ ਮੇਲ ਸੇ ਰਹਿਤ ਕੇਵਲ ਸ਼ੁੱਧ ਰੂਪ ਪ੍ਰਭੂ ਆਪ ਹੀ ਧਨੀ ਹੁੰਦਾ ਸੀ, ਮਾਲਕ ਆਪ ਸੀ, ਤਾਂ ਬੰਧਨ ਤੇ ਮੋਹ ਕਹੋ ਕਿਸ ਨੂੰ ਗਿਣੀਦਾ ਸੀ? ਕਿਸੇ ਨੂੰ ਵੀ ਨਹੀਂ। ਜਬ ਏਕ ਹੈ ਘਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਜਬ ਆਪ ਹੀ ਪਰਮੇਸ਼ਰ ਨੇ ਇੱਕ ਅਗਮ ਅਪਾਰ ਰੂਪ ਸੀ, ਤਬ ਨਰਕ ਤੇ ਸਵਰਗ ਨੂੰ ਭੋਗਣ ਵਾਲਾ ਕਹੋ ਕੌਣ ਜਨਮਧਾਰੀ ਸੀ? ਕੋਈ ਵੀ ਨਹੀਂ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਕਤ ਕਹੋ ਕਿਤ ਠਾਏ। ਪਾਤਸ਼ਾਹ ਫਰਮਾਉਂਦੇ ਨੇ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਕਤ ਕਹੋ ਕਿਤ ਠਾਏ। ਜਬ ਨਿਰਗੁਣ ਪ੍ਰਭੂ ਸਹਿਜ ਸੂਬ ਵਿੱਚ ਸਥਿਤ ਸੀ, ਤਬ ਸਤੋ ਗੁਣ ਤਮੋ ਗੁਣ ਕਹੋ ਤੋ ਕੌਣ ਸਥਾਨ ਵਿੱਚ ਸਥਿਤ ਸੀ? ਸਕਤ ਵਿਸ਼ਿਸ਼ਟ ਸ਼ਿਵ ਈਸ਼ਵਰ ਕਿੱਥੇ ਸੀ? ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਬ ਕਵਨ ਡਰ ਕਵਨ ਕਤ ਡਰੈ। ਪਾਤਸ਼ਾਹ ਫਰਮਾਉਂਦੇ ਨੇ, ਜਬ ਆਪਣੇ ਆਪ ਵਿੱਚ ਆਪ ਹੀ ਆਪਣੀ ਜੋਤ ਧਰਦਾ ਸੀ, ਤਬ ਕੌਣ ਭੈ ਸੇ ਰਹਿਤ, ਕੌਣ ਕਿਸ ਪ੍ਰਕਾਰ ਡਰਦਾ ਸੀ? ਆਪਨ ਚਲਿਤ ਆਪ ਕਰਨਹਾਰ, ਨਾਨਕ ਠਾਕੁਰ ਅਗਮ ਅਪਾਰ। ਆਪਣੇ ਚਰਿੱਤਰ ਪ੍ਰਭੂ ਆਪ ਕਰਨੇ ਹਾਰ, ਕੋਈ ਦੂਜਾ ਨਹੀਂ। ਸੋ ਠਾਕਰ ਮਨ ਬਾਣੀ ਸੇ ਅਗਮ ਅਪਾਰ ਰੂਪ ਹੈ। ਅਬਨਾਸੀ ਸੁਖ ਆਪਨ ਆਸਨ, ਤਹਿ ਜਨਮ ਮਰਨ ਕਹੋ ਕਹਾਂ ਵਿਨਾਸਨ। ਪਾਤਸ਼ਾਹ ਫਰਮਾਉਂਦੇ ਨੇ, ਜਹਾਂ ਸੁਖ ਤੇ ਸਰੂਪ ਅਬਨਾਸੀ ਆਪਣੇ ਸਰੂਪ ਵਿੱਚ ਸਥਿਤ ਸੀ ਮੇਰਾ ਪਰਮੇਸ਼ਰ, ਤਾਂ ਜਨਮ ਦੇ ਮਨ ਕਹੋ ਕਿੱਥੇ ਜਾਵੇ? ਕਿਹਾ ਵੀ ਨਹੀਂ।
ਕਿਉਂਕਿ ਇਹ ਵੀ ਤੇ ਸਮੇਂ ਵਿੱਚ ਸਥਿਤੀ ਤੋਂ ਬਿਨਾਂ ਭਾਵਸੀ ਨਹੀਂ ਸੀ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਬ ਪੂਰਨ ਰੂਪ ਮੇਰਾ ਵਾਹਿਗੁਰੂ ਪੁਰਖ ਪ੍ਰਭੂ ਹੀ ਸੀ, ਮਾਲਕ ਪਰਮੇਸ਼ਰ ਸੀ। ਜਬ ਜਮਾਂ ਦੀ ਰਾਸ ਕਹੋ ਕਿਸ ਨੂੰ ਹੋਵੇ, ਕਿਸੇ ਨੂੰ ਵੀ ਨਹੀਂ ਹੁੰਦੀ ਸੀ। ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤਰ ਗੁਪਤ ਕਿਸ ਪੂਛਤ ਲੇਖਾ। जब अवगत सूप इंद्रियां से अविषय एक मेरा परमात्मा वाहिगुरु सी, तब चित्तर गुप्त किसनू लेखा पुछदे सी, किसी नू भी नहीं। जब नाथ नरिंजन अगोचरिया गादे, तब कौन छुटे कौन बंधन बाधे। जब सर्वदा नाथ माया तो अलेप अगोचर अगाध मेरा वाहिगुरु सी, तब कौन बंधा तो छुट के मोख हुंदा सी, कौन बंधा विच बंधा जांदा सी, कोई भी नहीं। आपने आप ही आचरजा, नानक आपन रूप आप ही उपरजा। वो अपने आप विच आप ही अचरज रूप सी मेरा परवरदिगार वाहिगुरु। तिसने अपना रूप परपंच आप ही साजिया रचना की। जह निर्मल पुरख पुरख पत होता, तह बिन मैल कहो क्या धोता। जहाँ जीवां दा पति परमात्मा निर्मल हुंदा सी, तहाँ बिना मैल से कहो कौन सी, किसनू कोई धोंदा सी, कोई भी नहीं। जह रिंजन रंकार निर्वाण, तह कौन को मान कौन अभिमान। जहाँ मेरा वाहिगुरु परमात्मा बंधना तो रहे सी, तहाँ कौन मान कौन अभिमान, अपमान हुंदा सी, कहीं भी नहीं। क्योंकि अपने आप ते आप परमेश्वर सी, कोई दूजा है ही नहीं सी, कोई मान या अपमान है ही नहीं सी। जह स्वरूप केवल जगदीश, तह छल छिद्र लागत कहो कीस। जिथे केवल जगदीश्वर का स्वरूप सी, तां छल छिद्र कहो किसनू लगदे सी, किसी नू भी नहीं। जह जोत स्वरूपी जोत संग समावै, तह किसै भूख कवन तृपतावै। जिथे जोत स्वरूप दे साथ ही जोत समाए होए सी, तां किस नू भुख किस नू कोई तृप्त करदा सी, कोई भी नहीं। करन करावन करन हार, नानक करते का नाहे सुमार। आप ही जगत दे करन वाले, जो ब्रह्मा विष्णु महेश इन्हां नू साज के प्रपंच दा करावन वाला वाहिगुरु। ये तिने देवते आप साजे ने परमेश्वर ने, तिस करते पुरख का हिसाब भाई अंत नहीं। कौन जाने उस दाते मालक नू, जिसका कोई पारावार ही नहीं। क्योंकि वह वड्डियां तो वड्डा, ऊंचियां तो ऊंचा, क्योंकि वह मालक समर्थ है। जिस मालक ने सुंदर जगत की रचना की, भिन्न भिन्न धंधियां विच लाया, आप बख्शीशां कीतियां, क्योंकि सबना नू हुक्म दे विच भी रखदा है। क्योंकि जीव स्वतंत्र नहीं है, अधीन है उस दाते परवरदिगार दे। जिवें कह दीए गुलाम है। पातशाह गुरुदेव दे पावन बचन ने, हुक्म है अंदर सब को, बाहर हुक्म ना कोई। जब अपनी शोभा आपन संग बनाई, तब कवन माई बाप मित्र सुत पाई। जब अपनी शोभा ने अपने साथ बनाई सी, तब तिसदा कौन बाई, पिता मित्र पुत्र भराता सी, कोई भी नहीं। जह सर्व कला आपह परवीन,
ਤਹਿ ਬੇਦ ਕਤੇਵ ਕਹਾ ਕੋ ਚੀਨ। ਜਿੱਥੇ ਸਰਬ ਕਲਾ ਕਰਕੇ ਉਹ ਆਪ ਹੀ ਚਤਰ ਸੀ ਮੇਰਾ ਵਾਹਿ, ਤਹਾਂ ਵੇਦ ਕਤੇਵ ਕਹਾਂ ਕੋਈ ਚੀਨਤਾ ਸੀ, ਕੋਈ ਵੀ ਨਹੀਂ। ਜਬ ਆਪਨ ਆਪ ਆਪ ਉਰ ਤਾਰੈ, ਤੋ ਸਗਨ ਅਪ ਸਗਨ ਕਹਾਂ ਵਿਚਾਰੈ। ਜਬ ਆਪਣੇ ਆਪ ਵਿਰਾਟ ਰੂਪ ਸਰੂਪ ਨੂੰ ਆਪ ਹੀ ਹਿਰਦੇ ਵਿੱਚ ਧਾਰਿਆ ਸੀ ਮੇਰਾ ਪਰਵਰਦਗਾਰ ਵਾਹਿਗੁਰੂ, ਭਾਵ ਸੇ ਨਿਰਗੁਣ ਸਰੂਪ ਵਿੱਚ ਲੀਨ ਸੀ ਮੇਰਾ ਪਰਮਾਤਮਾ। ਤਬ ਸਗਨ ਅਪ ਸਗਨ ਕਹਾਂ ਕੋਈ ਵਿਚਾਰਦਾ ਸੀ, ਕੋਈ ਵੀ ਨਹੀਂ। ਜਹ ਆਪਨ ਊਚ ਆਪਨ ਆਪ ਅੰਧੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਜਿੱਥੇ ਆਪ ਹੀ ਊਚ ਆਪ ਹੀ ਨੀਚ ਸੀ, ਆਪਣੇ ਆਪ ਵਿੱਚ ਨਜ਼ੀਕੀ ਸੀ, ਤਾਂ ਠਾਕਰ ਕੌਣ ਚੇਲਾ ਕੌਣ ਕਹੀਏ, ਕੁਝ ਨਹੀਂ ਕਿਹਾ ਜਾਂਦਾ। ਬੇਸਮਨ ਬੇਸਮ ਰਹੇ ਬੇਸਮਾਦ, ਨਾਨਕ ਆਪਣੀ ਗਤ ਜਾਨੋ ਆਪ। ਹੇ ਮੇਰੇ ਵਾਹਿਗੁਰੂ, ਤੁਝ ਜਿਸ ਅਸਚਰਜ ਤੋਂ ਅਸਚਰਜ ਸਰੂਪ ਨੂੰ ਜਾਣਨ ਹਾਰੇ ਵੀ ਅਸਚਰਜ ਰੂਪ ਹੋ ਰਹੇ ਨੇ, ਤੂੰ ਆਪਣੀ ਗਤੀ ਨੂੰ ਆਪ ਹੀ ਜਾਣਦਾ ਹੈ, ਕੋਈ ਦੂਜਾ ਨਹੀਂ। ਜਹ ਅਸ਼ਲ ਅਸ਼ੇਰ ਅਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ। ਆਪਸ ਕੋ ਆਪਹਿ ਆਦੇਸ, ਇਹੋ ਗੁਣ ਕਾ ਨਾਹੀ ਪਰਵੇਸ। ਜਹਾਂ ਪਰਲੇ ਕਾਲ ਵਿੱਚ ਛਲ ਤੋਂ ਰਹਿਤ ਅਛੇਦ ਅਭੇਦ ਰੂਪ ਹੋ ਕੇ ਸਮਾਇਆ ਹੋਇਆ ਸੀ ਮੇਰਾ ਵਾਹਿਗੁਰੂ, ਉਹਾਂ ਕਿਸ ਨੂੰ ਛਲ ਵਿਆਪਦਾ ਸੀ, ਕਿਸੇ ਨੂੰ ਨਹੀਂ। ਆਪਣੇ ਆਪ ਨੂੰ ਆਪ ਹੀ ਪੂਜਦਾ ਸੀ। ਉਹ ਰਜ ਤਮਾਦ ਤਿੰਨਾਂ ਗੁਣਾਂ ਦਾ ਪ੍ਰਵੇਸ਼ ਨਹੀਂ ਸੀ, ਰਜੋ ਗੁਣ ਤਮੋ ਗੁਣ ਸਤੋ ਗੁਣ, ਇਹਨਾਂ ਦਾ ਹੈ ਹੀ ਨਹੀਂ ਸੀ ਪ੍ਰਵੇਸ਼। ਜਹ ਏਕ ਹੈ ਏਕ ਏਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਾਂ ਸਜਾਤੀ ਵਜਾਤੀ ਸਵਗਤ ਭੇਦ ਦੇ ਰਹਿਤ ਇੱਕ ਭਗਵੰਤ ਪਰਮੇਸ਼ਰ ਸੀ, ਤਬ ਕੌਣ ਚਿੰਤਾ ਤੋਂ ਰਹਿਤ, ਕਿਸ ਨੂੰ ਚਿੰਤਾ ਲੱਗਦੀ ਸੀ, ਕਿਸੇ ਨੂੰ ਵੀ ਨਹੀਂ। ਜਹ ਆਪਨ ਆਪ ਆਪ ਪਤਿਆਰਾ, ਤਹ ਕੌਣ ਕਥੈ ਕੌਣ ਸੁਨਨੈ ਹਾਰਾ। ਜਿੱਥੇ ਆਪਣੇ ਆਪ ਵਿੱਚ ਆਪ ਹੀ ਨਿਹਚਾ ਕਰ ਰਿਹਾ ਸੀ ਮੇਰਾ ਵਾਹਿਗੁਰੂ, ਤਬ ਕੌਣ ਕਥਨ ਕਰਦਾ ਸੀ, ਕੌਣ ਸੁਣਨ ਹਾਰਾ ਸੀ, ਕੋਈ ਵੀ ਨਹੀਂ। ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੇ ਪਹੁੰਚਾ। ਬਹੁ ਬੇਅੰਤ ਊਚ ਤੇ ਊਚਾ, ਉਹ ਵੱਡਿਆਂ ਤੋਂ ਵੱਡਾ ਬੇਅੰਤ ਉੱਚਿਆਂ ਤੋਂ ਉੱਚਾ ਮੇਰਾ ਵਾਹਿਗੁਰੂ ਆਪ ਸੀ। ਕਿਉਂਕਿ ਸਾਜਣ ਵਾਲਾ ਸਭਨਾਂ ਨੂੰ ਆਪ, ਕੈਸਾ ਚੋਜੀ ਪ੍ਰੀਤਮ ਹੈ। ਜੋ ਰੱਬ ਦੇ ਜਨ ਨੇ ਉਸ ਚੋਜੀ ਪ੍ਰੀਤਮ ਨਾਲ ਇੱਕ ਹੋ ਗਏ। ਕੋਈ ਪੁੰਨ ਤੇ ਪਾਪ ਦਾ ਉਹਨਾਂ ਨੂੰ ਲੇਪ ਨਹੀਂ, ਕਿਉਂਕਿ ਇੱਕ ਉਸ ਦਾਤੇ ਪਰਵਰਦਗਾਰ ਨਾਲ ਹੋ ਗਏ ਜਿਸ ਨੇ ਸੁੰਦਰ ਜਗਤ ਨੂੰ ਰਚਿਆ ਹੈ। ਕਿਉਂਕਿ ਰਚਣਹਾਰ ਉਹ ਆਪ ਹੈ, ਕੋਈ ਦੂਜਾ ਨਹੀਂ। ਉੱਚਿਆਂ ਤੋਂ ਉੱਚਾ, ਵੱਡਿਆਂ ਤੋਂ ਵੱਡਾ, ਜੋ ਰੱਬ ਦਾ ਜਨ ਬ੍ਰਹਮ ਗਿਆਨੀ, ਕਰੋੜਾਂ ਜਗ ਕਰੇ ਕੋਈ ਪੁੰਨ ਨਹੀਂ, ਕਰੋੜਾਂ ਘਾਤ ਕਰੇ ਕੋਈ ਪਾਪ ਨਹੀਂ। ਕਰਿਆ ਜਗ ਕੋਟਕ ਨਹੀਂ ਪੁੰਨ ਕੋਈ, ਘਨਾ ਵਿਪਰ ਕੀਤੇ ਨਹੀਂ ਪਾਪ ਕੋ। ਕਾਰਨ ਕਿਉਂ? ਕਿਉਂਕਿ ਉਹ ਮਾਲਕ ਉਸ ਪਰਮੇਸ਼ਰ ਪਰਵਰਦਗਾਰ ਨਾਲ ਇੱਕ ਹੋ ਗਏ ਜਿਸ ਨੇ ਸੁੰਦਰ ਜਗਤ ਨੂੰ ਰਚਿਆ। ਬਣਾਵਣ ਵਾਲਾ ਤਾਂ ਉਹ ਮਾਲਕ ਹੈ। ਪਾਤਸ਼ਾਹ ਪਾਵਨ ਬਚਨ ਕਹਿੰਦੇ ਨੇ, ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੇ ਹੀ ਪਹੁੰਚਾ। ਉਹ ਵੱਡਿਆਂ ਤੋਂ ਵੱਡਾ ਬੇਅੰਤ ਉੱਚਿਆਂ ਤੋਂ ਉੱਚਾ ਮੇਰਾ ਵਾਹਿਗੁਰੂ ਆਪ ਹੈ। ਤਬ ਆਪਸ ਕੋ ਆਪ ਹੀ ਪਹੁੰਚਣੇ ਹਾਰਾ ਇੱਕ ਅਦੁੱਤੀ ਸੀ। ਵੈਸੇ ਉਸ ਸਮਰੱਥ ਵਾਹਿਗੁਰੂ ਦੀ ਯਾਦ ਵਿੱਚ ਜੁੜੀਏ, ਉਸ ਦਾਤੇ ਮਾਲਕ ਪ੍ਰਭੂ ਦੇ ਨਾਮ ਨੂੰ ਜਪੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ ਮਹਾਤਮਾ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਹੇ ਅਚੁੱਤ ਹੇ ਪਾਰ ਬ੍ਰਹਮ।
देखे सर्ब में दुख भंजन गुण तोष